ਸੀ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਸਰਪੰਚ ਸਰਦਾਰ ਸੁਖਵੰਤ ਸਿੰਘ ਜੀ ਕੇਤਨਪੁਰਾ, ਸਾਨੂੰ ਸਰਦਾਰ ਸੋਹਣ ਸਿੰਘ ਜੀ ਜੋਸ਼, ਜਿਹੜੇ ਕਿ ਬਹੁਤ ਹੀ ਆਪਣਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿ ਭਗਤ ਸਿੰਘ ਹੋਣੀ ਸੀ ਉਹਨਾਂ ਦੇ ਟਾਈਮ ਤੋਂ ਮਤਲਬ ਉਹਨਾਂ ਨੇ ਆਪਣਾ ਬਹੁਤ ਇੱਕ ਉੱਚਾ ਦਰਜਾ ਜਿਹੜਾ ਪ੍ਰਾਪਤ ਕੀਤਾ ਅਤੇ ਅੱਜ ਵੀ ਉਹਨਾਂ ਦਾ ਜਿਹੜਾ ਨਾਂ ਹੈ ਉਹ ਚੱਲ ਰਿਹਾ ਹੈ। ਅਤੇ ਇੱਦਾਂ ਹੀ ਗਾਂ ਉਹਨਾਂ ਦਾ ਨਾਂ ਜਿਹੜਾ ਸਰਪੰਚ, ਇਹ ਵੀ ਇੱਕ ਗਾਇਕ ਵੀ ਨੇ ਅਤੇ ਲੇਖਕ ਵੀ ਨੇ। ਇਹਨਾਂ ਦਾ ਮੈਨੂੰ ਬਹੁਤ ਮਿਲ ਕੇ ਇਹਨਾਂ ਨਾਲ ਖੁਸ਼ੀ ਹੋਈ ਕਿ ਮੇਰੇ ਇਹਨਾਂ ਨਾਲ ਮੇਲ ਹੋਏ, ਕਿਉਂਕਿ ਮੈਂ ਇਹਨਾਂ ਨੂੰ ਬਹੁਤ ਦੇਰ ਤੋਂ ਮਿਲਣਾ ਚਾਹੁੰਦਾ ਸਾਂ ਅਤੇ ਪਰ ਕਿਸਮਤ ਨੇ ਜਦੋਂ ਮਿਲਾਉਣਾ ਅਤੇ ਉਦੋਂ ਹੀ ਮਿਲਾਉਣਾ। ਅੱਜ ਇਹਨਾਂ ਨਾਲ ਸਾਨੂੰ ਬਹੁਤ ਤਾਜ਼ਾ ਕਰਤੀ ਹੈ ਅਤੇ ਅਸੀਂ ਸੁਖਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਸਰਦਾਰ ਸੁਖਵੰਤ ਸਿੰਘ ਜੀ ਨਾਲ ਕਿ ਉਹ ਕੀ ਕਹਿੰਦੇ ਨੇ। ਹਾਂਜੀ ਸਰ। ਧੰਨਵਾਦ ਸਰ। ਪਹਿਲਾਂ ਤਾਂ ਮੈਂ ਪੰਜਾਬ ਫੋਕਸ ਟੀਵੀ ਦਾ ਧੰਨਵਾਦ ਕਰਦਾ, ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੇਰੇ ਨਾਲ ਕੁਝ ਮੇਰੇ ਹਾਵ ਭਾਵ ਜੇ ਜਾਣਨੇ ਚਾਹੇ ਆ। ਮੈਂ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਥੈਂਕ ਯੂ। ਅਤੇ ਅੱਛਾ ਸਰ, ਆਪਾਂ ਹੁਣ ਗੱਲ ਕਰੀਏ ਕਿ ਜਦੋਂ ਤੁਸੀਂ ਸਰਪੰਚ ਸੀ ਉਸ ਟਾਈਮ 'ਤੇ ਆਪਾਂ ਆਪਣੀ ਜਿਹੜੀ ਮੰਨ ਲਓ ਅਸਲੀ ਘਰ ਹੈ ਸ਼ਮਸ਼ਾਨ ਘਾਟ, ਅਤੇ ਉਹਦੀ ਕੰਡੀਸ਼ਨ ਕੀ ਸੀ? ਕੰਡੀਸ਼ਨ ਜਿਹੜੀ ਉਹਦੀ ਬਿਲਕੁਲ ਖਸਤਾ ਹਾਲਤ ਦੇ ਵਿੱਚ ਸ਼ਮਸ਼ਾਨ ਘਾਟ ਸੀ। ਉਹ 'ਚ ਬਾਅਦ ਦੇ ਵਿੱਚ ਸਾਡੇ ਪਿੰਡ ਦੇ ਕੁਝ ਵਿਅਕਤੀਆਂ ਨੇ ਸਹਿਯੋਗ ਦਿੱਤਾ। ਅੱਛਾ, ਪਿੰਡ ਦੇ ਵਿਅਕਤੀਆਂ ਨੇ? ਹਾਂ, ਕੁਝ ਕਲੈਕਸ਼ਨ ਕਰਕੇ ਉਹ ਜਿਹੜੀ ਸ਼ਮਸ਼ਾਨ ਘਾਟ ਆ ਹੁਣ ਉਹਨੂੰ ਆਪਾਂ ਠੀਕ ਬਣਾਇਆ ਵਾ। ਅਤੇ ਹੋਰ ਵੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੇ ਬਾਹਰ ਜਿਸ ਤਰ੍ਹਾਂ ਕੋਈ ਰਹਿੰਦਾ, ਕੋਈ ਫਰਸ਼ ਲਾਉਣ ਵਾਲਾ ਜਾਂ ਹੋਰ ਕੋਈ ਉਹ ਕੰਮ ਜਿਹੜੇ ਆ ਉਹ ਹਲੀ ਵੀ ਕੁਝ ਅਧੂਰੇ ਪਏ ਨੇ, ਪਰ ਕਾਫੀ ਹੱਦ ਤੱਕ ਜਿਹੜਾ ਆ ਉਹ ਠੀਕ। ਤੇ ਸਰ ਇਹ ਮੌਜੂਦਾ ਸਰਪੰਚ ਨੇ ਜਿਹੜੇ ਇੱਥੋਂ, ਉਹਨਾਂ ਨੇ ਨਹੀਂ ਕੁਝ ਨਹੀਂ ਕੀਤਾ? ਉਹਨਾਂ ਨੇ ਨਹੀਂ ਇਹ ਕੀਤਾ ਸਰ ਕੰਮ ਜਿਹੜਾ ਤੁਸੀਂ ਕਹਿ ਰਹੇ ਕਿ ਅਧੂਰਾ ਰਹਿ ਗਿਆ? ਦੇਖੋ, ਮੌਜੂਦਾ ਸਰਪੰਚ ਜੋ ਗੱਲ ਹੈ ਉਹ ਆਪਣੀ ਜਗ੍ਹਾ ਤੇ ਕਰੀ ਜਾ ਰਹੇ ਨੇ, ਕਿਉਂਕਿ ਸਾਡੇ ਪਿੰਡ ਦੇ ਵਿੱਚ ਫਿਰ ਵੀ ਰਹਿ ਰਿਹਾ ਹੈ। ਪਿੰਡ ਜਿਹੜੇ ਤਰੀਕੇ ਨਾਲ ਇਤਿਹਾਸਕ ਮਹੱਤਤਾ ਸਾਡੇ ਪਿੰਡ ਦੀ, ਹਾਂਜੀ, ਤੁਸੀਂ ਕਾਮਰੇਡ ਜੋਸ਼ ਦਾ ਉਹਨਾਂ ਦਾ ਨਾਂ ਲਿਆ, ਉਹ ਮੇਰੇ ਫਾਦਰ ਸਾਹਿਬ ਨਹੀਂ ਸੀ, ਮੇਰੇ ਗ੍ਰੈਂਡਫਾਦਰ। ਤੇ ਜੋ ਉਹਨਾਂ ਦੀ ਇਤਿਹਾਸਕ ਮਹੱਤਤਾ ਹੈ ਉਹਨਾਂ ਕਰਕੇ ਸਾਡੇ ਪਿੰਡ ਦੀ ਬਣੀ ਆ। ਉਸ ਇਤਿਹਾਸਕ ਮਹੱਤਤਾ ਨੂੰ ਠੀਕ ਠਾਕ ਦੇ ਮਤਲਬ ਜੇ ਕੋਈ ਗੌਰਮੈਂਟ ਵੀ ਆ ਜਾਂ ਸਰਕਾਰਾਂ ਨੇ ਉਹਨਾਂ ਦੇ ਨੂੰ ਸਮਝਦਿਆਂ ਕੋਈ ਚੰਗੇ ਤਰੀਕੇ ਦੇ ਨਾਲ ਇੱਥੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣੇ ਚਾਹੀਦੇ ਆ ਉਹ ਕੰਮ ਹਾਲੇ ਤੱਕ ਨਹੀਂ ਹੋਏ। ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਵਿਕਾਸ ਚਾਹੀਦਾ ਸੀ ਉਹਨਾਂ ਨਹੀਂ ਹੋਇਆ। ਤੇ ਸਰ ਆਪਣਾ ਵਾਟਰ ਸਪਲਾਈ ਦਾ ਕਿੱਦਾਂ ਪਿੰਡ? ਦੇਖੋ, ਜਦੋਂ ਆਪਾਂ ਸਰਪੰਚ ਸਾਂ, ਮੈਂ ਨਹੀਂ, ਮੇਰੇ ਮਿਸਿਸ ਸੀ। ਹਾਂਜੀ। ਮੈਂ ਤੇ ਸਰਕਾਰੀ ਸਰਵਿਸ ਜਿਹੜੀ ਆ ਪਲਸ ਪੋਲੀਓ ਇਮਿਊਨਾਈਜੇਸ਼ਨ ਜਿਸ ਤਰ੍ਹਾਂ ਪ੍ਰੋਗਰਾਮ ਹੈ, ਮੈਂ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਚੰਡੀਗੜ੍ਹ ਤੋਂ ਰਿਟਾਇਰ ਹੋਇਆ। ਪਰ ਜ਼ਿਆਦਾ ਜਿਹੜਾ ਆ ਉਹ ਕੰਮ ਤੇ ਮੈਨੂੰ ਹੀ ਜ਼ਿਆਦਾ ਵੇਖਣੇ ਪੈਂਦੇ ਸੀ। ਉਸ ਸਮੇਂ ਸਾਡੇ ਇੱਥੇ ਅਕਾਲੀ ਦਲ ਦੀ ਸਰਕਾਰ ਸੀ। ਅੱਛਾ ਜੀ। ਅਕਾਲੀ ਦਲ ਦੀ ਸਰਕਾਰ ਹੋਣ ਦੇ ਨਾਲ ਸਾਡੇ ਜਿਹੜੇ ਉਹਨਾਂ ਦੇ ਨਾਲ ਕੁਝ ਥੋੜ੍ਹੇ ਬਹੁਤੇ ਵਿਚਾਰ ਨਹੀਂ ਸੀ ਮਿਲਦੇ। ਇਸ ਕਰਕੇ ਮੇਰੇ ਪਿੰਡ ਨੂੰ 1 ਵੀ ਰੁਪਈਆ ਜਿਹੜੀ ਗ੍ਰਾਂਟ ਆ ਉਹ ਉਸ ਸਰਕਾਰ ਦੇ ਟਾਈਮ ਦੇ ਵਿੱਚ ਉਹਨਾਂ ਨੇ ਨਹੀਂ ਦਿੱਤੀ। ਅੱਛਾ ਜੀ। ਹਾਂ, ਤੇ ਸਿਰ ਤੁਹਾਨੂੰ ਉਸ ਟਾਈਮ ਤੇ ਫਿਰ ਸਰ ਵਿੱਤ ਕਮਿਸ਼ਨ ਦੇ ਪੈਸੇ ਹੀ ਆਉਂਦੇ ਹੋਣੇ ਜਿਹੜੇ ਸੈਂਟਰ ਵੱਲੋਂ ਮਿਲਦੇ ਨੇ ਆਬਾਦੀ ਦੇ? ਹਾਂ, ਵਿੱਤ ਕਮਿਸ਼ਨ ਦੇ ਪੈਸੇ ਜਿਹੜੇ ਉਹ ਜਾਂ ਆਪਣੇ ਮੰਨ ਲਓ ਕਿ ਇਹ ਜਿਹੜੀ ਆਪਾਂ ਬੋਲੀ ਕਰਾਉਂਦੇ ਆ ਉਹਦੇ? ਹਾਂ, ਪੰਚਾਇਤੀ ਫੰਡ ਤੇ ਵਿੱਤ ਕਮਿਸ਼ਨ ਦੇ ਪੈਸੇ। ਤੇ ਫਿਰ ਮੈਂ ਆਪਣੇ ਜਿਹੜੀ ਆ ਪਹੁੰਚ ਦੇ ਨਾਲ ਕਰਕੇ ਮਿਲ ਕੇ ਜਿਸ ਤਰ੍ਹਾਂ ਤੇ ਆਪਣਾ ਨਰੇਗਾ ਦੇ ਵਿੱਚੋਂ ਪਿੰਡ ਦੇ ਵਿੱਚ ਸੀਵਰੇਜ ਪਵਾਇਆ। ਅੱਛਾ ਜੀ, ਸੀਵਰੇਜ ਤੁਹਾਡੇ ਟਾਈਮ ਤੇ ਪਿਆ ਜੀ? ਹਾਂਜੀ। ਫਿਰ ਮੈਂ ਪਾਰਕ ਬਣਵਾਇਆ, ਕਿਉਂਕਿ ਉੱਥੇ ਬਹੁਤ ਵੱਡਾ ਪਾਰਕ ਵੀ ਬਣਵਾਈ ਹੈ। ਹਾਂ, ਬਹੁਤ ਜੰਗਲ ਜਿਹਾ ਬਣਿਆ ਹੋਇਆ ਸੀ। ਠੀਕ। ਉਸ ਤੋਂ ਮਗਰੋਂ ਮੇਰੇ ਕੋਲ ਕੋਈ 14-15 ਲੱਖ ਫੰਡ ਬਚ ਗਿਆ ਸੀ, ਆ ਗਿਆ ਸੀ ਮੇਰੇ ਕੋਲ ਉਸੇ ਟਾਈਮ ਹੀ, ਕਿਉਂਕਿ ਸਰਕਾਰ ਬਣੀ ਤੇ ਨਾਲ ਹੀ ਆ ਪਿੰਡ ਦੀਆਂ ਜਿਹੜੀਆਂ ਸੜਕਾਂ ਸੀ ਇਹ ਮੈਂ ਨਾਲ ਹੀ ਮਨਜ਼ੂਰ ਕਰਾ ਲਈਆਂ। ਟੋਟਲੀ ਜਿਹੜੀ ਸਾਡੇ ਫਿਰਨੀ ਜਿਹੜੀ ਬਣ ਰਹੀ ਆ, ਇਹ ਫਿਰਨੀ ਜਿਹੜੀ ਬਣੀ ਆ ਇਹਦੀਆਂ ਉਸੇ ਵੇਲੇ ਮਨਜ਼ੂਰ ਕਰਾ ਲਈਆਂ। ਤੁਸੀਂ ਬਣਵਾਈ ਇਹ ਵੀ? ਚਲੋ ਬਣੀ ਤੇ ਹੁਣ ਨਹੀਂ, ਹੁਣ ਤੇ ਚਲੋ ਦੁਬਾਰਾ ਕਲੀਅਰ ਹੋਈ ਆ, ਮਤਲਬ ਬਣੀ ਤੁਹਾਡੇ ਟਾਈਮ ਦੀ ਆ? ਬਣੀ ਉਹ ਪਹਿਲਾਂ ਕਾਫੀ ਤੁਹਾਡੇ ਟਾਈਮ ਦੀ 15-20 ਸਾਲ ਪਹਿਲਾਂ ਦੀ ਬਣੀ ਆ। ਹੁਣ ਬਿਲਕੁਲ
ਟੁੱਟ ਗਈ ਸੀ ਤਾਂ ਦੁਬਾਰਾ ਜਿਹੜੀ ਬਣੀ ਆ ਦੁਬਾਰਾ ਬਣੀ ਆ ਤੇ ਉਹ ਜਿਹੜੀ ਆ ਉਹ ਉਸੇ ਟਾਈਮ ਹੀ ਆਪਾਂ ਮਨਜ਼ੂਰ ਕਰਾਉਣੀਆਂ ਤੇ ਮੇਰੇ ਕੋਲੋਂ 12-14 ਲੱਖ ਜਿਹੜੇ ਫੰਡ ਉਹ ਕੁਝ ਵਿੱਤ ਕਮਿਸ਼ਨ ਦੇ ਵੀ ਸੀ ਤੇ ਕੁਝ ਮੈਂ ਐਮਐਲਏ ਸਾਹਿਬ ਕੋਲ ਲਏ ਵੀ ਸੀ ਤੇ ਪਰ ਹੋਇਆ ਇੰਜ ਕਿਉਂਕਿ ਉਹਨਾਂ ਨੇ ਸਮਝਿਆ ਵੀ ਇਹ ਜਿਹੜੀਆਂ ਪੰਚਾਇਤਾਂ ਨੇ ਇਹ ਅਕਾਲੀ ਦਲ ਦੀਆਂ ਪੰਚਾਇਤਾਂ ਨੇ ਤੇ ਉਹਨਾਂ ਨੇ 6 ਮਹੀਨੇ ਪਹਿਲਾਂ ਹੀ ਉਹਦੇ ਤੇ ਬੈਨ ਲਾਤਾ ਤੇ ਉਹ ਜਿਹੜੇ ਪੈਸੇ ਮੈਂ ਨਹੀਂ ਵਰਤ ਸਕਿਆ ਪਰ ਉਹ ਹੋਣ ਵਾਲਾ ਸਰਪੰਚ ਨੇ ਉਹਨਾਂ ਨੇ ਉਹ ਵਰਤੇ ਨੇ। ਚਲੋ ਜੇ ਉਹਨਾਂ ਵਰਤਿਆ ਤੇ ਕੋਈ ਗੱਲ ਨਹੀਂ, ਲੱਗੇ ਤੇ ਪਿੰਡ ਦੀ ਡਿਵੈਲਪਮੈਂਟ ਤੇ ਹਾਂ ਤੇ ਚਲੋ ਉਹ ਗਲੀਆਂ ਨਾਲੀਆਂ ਦੇ ਵਿੱਚ ਹੁਣ ਜ਼ਿਆਦਾਤਰ ਜਿਹੜੀਆਂ ਨੇ ਉਹ ਲੋਕਟੈਲ ਜਿਹੜੀਆਂ ਨੇ ਉਹ ਸਾਡੀਆਂ ਲੱਗੀਆਂ ਨੇ। ਜ਼ਿਆਦਾਤਰ ਜਿਹੜਾ ਗਲੀਆਂ ਦਾ ਕੰਮ ਤੇ ਹੁਣ ਮੁੱਕ ਗਿਆ ਤੇ ਆਉਣ ਵਾਲੇ ਸਾਰੀਆਂ ਗਲੀਆਂ ਬਣ ਚੁੱਕੀਆਂ, ਕੋਈ 2-4-5 ਰਹਿੰਦੀਆਂ ਹੋਣਗੀਆਂ, ਕੋਈ ਜ਼ਿਆਦਾ ਨਹੀਂ ਰਹਿੰਦੀਆਂ ਤੇ ਫਿਰ ਵੀ ਉਹਨਾਂ ਦਾ ਲੈਵਲ ਜਿਹੜਾ ਉਹ ਮੈਂ ਉਹਨੂੰ ਉੱਚਾ ਰੱਖ ਕੇ ਪਹਿਲੋਂ ਵੀ ਮਤਲਬ ਤੁਰੇ ਸਾਂ। ਨੀਵੀਂ ਗਲੀ ਕੋਈ ਨਹੀਂ ਬਣਾਈ ਜਿੱਥੇ ਦਾ ਵੀ ਦੁਬਾਰਾ ਟੁੱਟਣ ਦਾ ਖਤਰਾ ਹੋਵੇ ਤੇ ਉਦੋਂ ਮਗਰੋਂ ਇਹ ਸਰਪੰਚ ਵੀ ਜਿਹੜੇ ਹੁਣ ਵੀ ਆਏ ਦਲਜੀਤ ਸੋਹਣੀ ਇਹਨਾਂ ਨੇ ਵੀ ਕਾਫੀ ਮਤਲਬ ਉੱਚਾ ਹੀ ਰੱਖ ਕੇ ਜਿਹੜੀਆਂ ਉਹ ਗਲੀਆਂ ਉਸੇ ਤਰੀਕੇ ਨਾਲ ਬਣਾਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਆਸ ਹੈ ਕਿ ਸਾਡੇ ਐਮਐਲਏ ਸਾਹਿਬ ਵੀ ਸਾਡੇ ਜਿਹੜੇ ਪਿੰਡ ਦੀ ਮਹੱਤਤਾ ਨੂੰ ਸਮਝਦੇ ਆ, ਕੋਈ ਸਾਨੂੰ ਸਟੇਡੀਅਮ ਵਗੈਰਾ ਜਾਂ ਹੋਰ ਲਾਇਬ੍ਰੇਰੀ ਜਿਸ ਤਰ੍ਹਾਂ ਮੈਂ ਉਹਨਾਂ ਨੂੰ 1-2 ਵਾਰੀ ਮਿਲਿਆ, ਲਾਇਬ੍ਰੇਰੀ ਇੱਥੇ ਹੋਵੇ ਚਾਹੀਦੀ ਹੈ ਜੀ। ਜਿੱਦਾਂ ਜੀ ਸੋਹਣ ਸਿੰਘ ਜੋਸ਼ ਜੀ ਜਿਹੜੇ ਇੰਨੇ ਮਹਾਨ ਸੀ, ਉਹਨਾਂ ਦੇ ਨਾਂ ਤੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਜ਼ਰੂਰੀ ਚਾਹੀਦੀ ਹੈ। ਹਾਂ ਮੈਂ ਆਪ ਚਾਹੁੰਦਾ, ਮੈਂ ਕਈਆਂ ਨਾਲ ਗੱਲ ਕੀਤੀ, ਮੇਰੇ ਲੇਖਕ ਜਿੰਨੇ ਮੇਰਾ ਆਪਣਾ ਲੇਖਕਾਂ ਦੇ ਵਿੱਚ ਵੀ ਹੈਗਾ ਮਾੜਾ ਮੋਟਾ ਨਾਂ, ਉਹ ਮੈਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਕਮਰਾ ਦੇ ਦਿਓ, ਕਿਤਾਬਾਂ ਚੇਤਨਪੁਰੀ ਸਾਹਿਬ ਅਸੀਂ ਆਪੇ ਹੀ ਉੱਥੇ ਇੰਨੀਆਂ ਕਿ ਦੇ ਦਾਂਗੇ, ਤੁਹਾਡੇ ਕੋਲ ਸਾਂਭੀਆਂ ਨਹੀਂ ਜਾਣੀਆਂ ਤੇ ਸਾਨੂੰ ਤਾਂ ਸਿਰਫ ਇੱਕ ਕਮਰੇ ਦੀ ਲੋੜ ਹੈਗੀ ਆ। ਤੇ ਇਸ ਕਰਕੇ ਉਹ ਜਦੋਂ ਵੀ ਕਿਤੇ ਬਣੇ ਜਾਂ ਕੋਈ ਐਮਐਲਏ ਸਾਹਿਬ ਬਣਾਉਣ ਤੇ ਬਹੁਤ ਵਧੀਆ ਗੱਲ ਤੇ ਇਹ ਸਰ ਜ਼ਰੂਰ ਇਹ ਬਣੇਗੀ। ਇਹ ਜੀ ਮੈਂ ਆਪਣੇ ਚੈਨਲ ਵੱਲੋਂ ਤੇ ਆਪਣੇ ਵੱਲੋਂ ਵੀ ਅਪੀਲ ਕਰਦਾ ਕਿ ਪਿੰਡ ਚੇਤਨਪੁਰਾ ਦੇ ਵਿੱਚ ਇੱਕ ਬਹੁਤ ਜਿਹੜੇ ਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਸਰਦਾਰ ਸੋਹਣ ਸਿੰਘ ਜੀ ਜੋਸ਼ ਜਿਹੜੇ ਕਿ ਬਹੁਤ ਇੱਕ ਮਹਾਨ ਕਵੀ ਸੀ ਤੇ ਲੇਖਕ ਵੀ ਸੀ, ਉਹਨਾਂ ਦੇ ਨਾਂ ਦੀ ਜਿਹੜੀ ਹੈ ਲਾਇਬ੍ਰੇਰੀ ਇੱਕ ਚਾਹੀਦੀ ਹੈ ਪਿੰਡ ਦੇ ਵਿੱਚ, ਜਿਹੜੀ ਕਿ ਹਾਲੇ ਤੱਕ ਬਣੀ ਨਹੀਂ ਹੈ ਪਰ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਪਿੰਡ ਹੈ। ਉਹਨਾਂ ਦੇ ਪਿੰਡ ਵਿੱਚ ਜੇਕਰ ਉਹਨਾਂ ਦੇ ਨਾਂ ਦੀ ਲਾਇਬ੍ਰੇਰੀ ਨਾ ਹੋਵੇ ਤੇ ਬਹੁਤ ਹੀ ਗਲਤ ਗੱਲ ਹੈ। ਇਸ ਕਰਕੇ ਮੈਂ ਇਹ ਸਰਕਾਰ ਅੱਗੇ ਅਪੀਲ ਕਰਦਾ ਕਿ ਉਹਨਾਂ ਦੇ ਨਾਂ ਦੀ ਲਾਇਬ੍ਰੇਰੀ ਪਿੰਡ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਹ ਜੇਕਰ ਪਿੰਡ ਦੇ ਵਿੱਚ ਲਾਇਬ੍ਰੇਰੀ ਬਣ ਜੇ ਤੇ ਇਹ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਤੇ ਸਰਕਾਰ ਦੀ ਬਹੁਤ ਬਹੁਤ ਮੈਂ ਮਿਹਰਬਾਨੀ ਉਹਨਾਂ ਦੀ ਹੋਵੇਗੀ। ਅੱਛਾ ਸਰ, ਤੇ ਹੁਣ ਮੈਨੂੰ ਤੁਸੀਂ ਪਾਣੀ ਦੇ ਨਿਕਾਸ ਦਾ ਦੱਸੋ ਕਿ ਗੰਦੇ ਪਾਣੀ ਦੇ ਨਿਕਾਸ ਦਾ ਕਿੱਦਾਂ? ਗੰਦੇ ਪਾਣੀ ਦੇ ਨਿਕਾਸ ਵਾਸਤੇ ਸਰ ਸਾਡੇ ਕੋਲ 2 ਛੱਪੜ ਨੇ। ਛੱਪੜਾਂ ਦੇ ਵਿੱਚ ਪਾਣੀ ਮਤਲਬ ਜਿਹੜਾ ਬਿਲਕੁਲ ਜਾਂਦਾ ਵਾ, ਕੋਈ ਕਿਤੇ ਰੁਕਾਵਟ ਨਹੀਂ ਵੈਸੇ ਹੈਗੀ, ਛੱਪੜਾਂ ਦੇ ਵਿੱਚ ਪੂਰਾ ਪਾਣੀ ਜਾ ਰਿਹਾ ਆ, ਕੋਈ ਰੁਕਾਵਟ ਨਹੀਂ ਹੈਗੀ। ਤੇ ਮਤਲਬ ਸਰ ਗਲੀਆਂ ਨਾਲੀਆਂ ਜਿੱਦਾਂ ਪਾਣੀ ਰੁਕ ਕੇ ਤੇ ਗਲੀਆਂ ਦੇ ਵਿੱਚ ਨਹੀਂ ਆਉਂਦਾ? ਦੇਖੋ ਨਾਲੀਆਂ ਦੇ ਵਿੱਚ ਹੁਣ ਸਾਰੀਆਂ ਗੱਲਾਂ ਲੋਕਾਂ ਨੂੰ ਵੀ ਤਾਂ ਸਮਝਣੀਆਂ ਚਾਹੀਦੀਆਂ ਨੇ ਨਾ। ਬਿਲਕੁਲ ਉਹ ਤੇ ਸਰ ਜਿੰਨਾ ਚਿਰ ਤੱਕ ਲੋਕ ਜਿਹੜੇ ਆ ਜਾਗਰੂਕ ਨਹੀਂ ਉਹਨਾਂ ਚਿਰ ਤੱਕ ਸਰਪੰਚ ਜਾਂ ਮੈਂ ਜਾਂ ਤੁਸੀਂ ਹੋਰ ਕੀ ਕਰ ਲੋਗੇ। ਸਰਪੰਚ ਦਾ ਕੰਮ ਹੈ ਨਾਲੀਆਂ ਬਣਾਉਣੀਆਂ, ਸਾਫ਼ ਕਰਨੀਆਂ। ਉਹ ਮੇਰੇ ਟਾਈਮ ਵੀ ਬਣੀਆਂ, ਉਦੋਂ ਪਹਿਲਾਂ ਵੀ ਬਣੀਆਂ, ਹੁਣ ਵੀ ਉਹ ਬਣਾਈ ਜਾਂਦਾ ਸਰਪੰਚ ਤੇ ਪਰ ਲੋਕ ਜੇ ਉਹਨੂੰ ਸਾਫ਼ ਹੀ ਨਾ ਕਰਨਗੇ। ਮੈਂ ਤੇ ਕਈ ਜਗ੍ਹਾ ਤੇ ਤੁਹਾਨੂੰ ਮੈਂ 1-2 ਜਗ੍ਹਾ ਤੇ ਵਿਖਾਉਣਾ ਆ, ਨਾਲੀ ਦੇ ਵਿੱਚ ਇੱਟਾਂ ਗਾੜੀ ਸੁੱਟੀਆਂ ਨੇ, ਉਹ ਇਸ ਕਰਕੇ ਸੁੱਟੀਆਂ ਵੀ ਪਿੱਛੋਂ ਜਿਹੜੇ ਪੱਤੇ ਰੇੜ ਕੇ ਉਹ ਗਾਂ ਆਉਂਦੇ ਸਾਨੂੰ ਸਾਫ਼ ਕਰਨੇ ਸੀ। ਹੁਣ ਬੰਦਾ ਪੁੱਛੇ ਵੀ ਨਾਲੀ ਤੇ ਤੁਸੀਂ ਆਪ ਬੰਦ ਕਰ ਦਿੱਤੀ ਆ, ਇਸ ਕਰਕੇ ਲੋਕਾਂ ਨੂੰ ਪਾਣੀ ਸਿਰ ਬਾਹਰ ਹੀ ਆਉਣਾ। ਹਾਂ ਫਿਰ ਉਹ ਪਾਣੀ ਬਾਹਰ ਹੀ ਆਉਣਾ, ਲੇਕਿਨ ਵੈਸੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਿਲਕੁਲ ਠੀਕ ਆ। ਕੋਈ ਆਪਣੇ ਕਿਸੇ ਟਾਈਮ ਤੇ ਸਟਰੀਟ ਲਾਈਟਾਂ ਲਵਾਈਆਂ ਸੀ? ਨਹੀਂ, ਉਸ ਸਮੇਂ ਸਟੀਲ ਜਿਹੜੀਆਂ ਨੇ ਉਹ ਸਟਰੀਟ ਲਾਈਟਾਂ ਨਹੀਂ ਲੱਗੀਆਂ। ਹੁਣ ਗਾਂ ਸਾਡਾ ਹੈਗਾ ਮਕਸਦ ਜਿਹੜਾ ਸਾਡੇ ਮਨ ਦੇ ਵਿੱਚ ਵਿਚਾਰ ਆ ਵੀ ਸਟਰੀਟ ਲਾਈਟਾਂ ਜਿਹੜੀਆਂ ਉਹ ਲਾਵਾਂਗੇ, ਜ਼ਰੂਰੀ ਹੈ ਮਤਲਬ ਲਾਉਣਾ। ਠੀਕ ਹੈ। ਤੇ ਸਰ ਫਲੈਸ਼ਾਂ ਉਸ ਟਾਈਮ ਤੇ ਚੱਲੀ ਸੀ ਸਕੀਮ ਫਲੈਸ਼ਾਂ ਦੀ, ਤੇ ਫਲੈਸ਼ਾਂ ਕਿੰਨੀਆਂ ਬਣਵਾਈਆਂ ਆਪਾਂ? ਫਲੱਸ਼ਾਂ ਸਾਡੇ ਪਿੰਡ ਘੱਟੋ ਘੱਟ ਵੀ 250-300 ਤੋਂ ਉੱਤੇ ਜਿਹੜੀਆਂ ਫਲੱਸ਼ਾਂ ਉਹ ਬਣੀਆਂ ਸੀ। ਤੁਸੀਂ ਬਣਵਾਈਆਂ ਜਿਹੜੀਆਂ? ਨਹੀਂ, ਮੇਰੇ ਟਾਈਮ ਤੇ ਸਾਰੀਆਂ ਘੱਟ ਹੀ ਬਣੀਆਂ ਨੇ, ਕੋਈ 25-30 ਦੇ ਲਾਗੇ ਚਾਗੇ ਪਹਿਲਾਂ ਮੇਰੇ ਤੋਂ ਪਹਿਲਾਂ ਜਿਹੜੇ ਸਰਪੰਚ ਸੀ ਉਹਨਾਂ ਦੇ ਟਾਈਮ ਤੇ ਜਿਹੜੀਆਂ ਉਹ 200-250 ਦੇ ਲਾਗੇ ਚਾਗੇ ਉਦੋਂ ਬਣੀਆਂ ਨੇ। ਮੇਰੇ ਟਾਈਮ ਤੇ ਘੱਟ ਬਣੀਆਂ, ਹੁਣ ਐਰਕਾਂ ਵੀ ਨਹੀਂ ਹਲੀ ਬਣੀਆਂ, ਐਰਕਾਂ ਵੀ ਨਹੀਂ ਬਣੀਆਂ, ਪਹਿਲੇ ਤੇ ਹੀ ਬਣੀਆਂ ਜਿਹੜੀਆਂ। ਠੀਕ ਹੈ। ਤੇ ਸਰ ਤੁਸੀਂ ਨੀਲੇ ਕਾਰਡ ਬਣਵਾਏ ਸੀ? ਨੀਲੇ ਕਾਰਡ ਜਿਹੜੇ ਆ ਉਹ ਵੀ ਪਹਿਲਾਂ ਹੀ ਚੱਲਦੇ ਜਿਹੜੇ ਸੀ, ਉਹ ਵੀ ਬਾਅਦ ਦੇ ਵਿੱਚ ਸਰਕਾਰ ਅਕਾਲੀ ਸਰਕਾਰ ਵੀ ਬਣਾਈ ਗਈ ਹੈ ਜਿੰਨੇ ਵੀ ਆ। ਤੇ ਸਾਡੇ ਮੇਰੇ ਟਾਈਮ ਵੀ ਉਹ ਉਹਨੇ ਕਿ ਜਿਹੜੇ 40-50 ਹੋਰ ਨਵੇਂ ਬਣੇ ਹੋਣਗੇ। ਹਾਂ, ਬਾਕੀ ਨਹੀਂ, ਬਾਕੀ ਪਹਿਲਾਂ ਹੀ ਚੱਲਦੇ ਰਹੇ। ਠੀਕ ਹੈ। ਹੁਣ ਆ ਨਵੇਂ ਟਾਈਮ ਦੇ ਵਿੱਚ ਆ ਹੁਣ ਜਿਹੜੇ ਆ
ਉਹ ਸਾਰਿਆਂ ਦੇ ਹੀ ਉਹ ਨੀਲੇ ਕਾਰਡ ਦੀ ਜਗ੍ਹਾ ਤੇ ਸਮਾਰਟ ਕਾਰਡ ਜਿਹੜੇ ਆ ਉਹ ਸਾਰਿਆਂ ਨੂੰ 3-400 ਤਬਦੀਲ ਕਰ ਰਹੇ ਨੇ, ਬਣ ਗਏ ਸਾਰਿਆਂ ਨੂੰ ਮਿਲ ਹੀ ਗਏ ਸਮਾਰਟ ਕਾਰਡ ਜਿਹੜੇ। ਤੇ ਅੱਛਾ ਸਰ, ਆਪਾਂ ਹੁਣ ਗੱਲ ਕਰੀਏ ਕਿ ਇੱਕ ਕਿਸਾਨਾਂ ਦੇ ਜਿਹੜੇ ਮੁੱਦੇ ਨੇ, ਠੀਕ ਹੈ, ਮੇਰੇ ਖਿਆਲ ਦੇ ਨਾਲ ਕਿ 5-6 ਮਹੀਨੇ ਹੋ ਚੱਲੇ ਸਰ ਕਿਸਾਨਾਂ ਨੂੰ ਦਿੱਲੀ ਜਾ ਕੇ ਬੈਠਿਆਂ ਨੂੰ, ਤੇ ਇਹ ਇੱਕ ਜਿਹੜੀ ਕਿਸਾਨੀ ਆ ਇਹ ਸਾਡਾ ਸਰ ਇੱਕ ਰੁਜ਼ਗਾਰ ਹੈ, ਇਹਦੇ ਤੋਂ ਬਿਨਾਂ ਅਸੀਂ ਕਿਸੇ ਜੋਗੇ ਨਹੀਂ। ਜੇ ਸਾਡੇ ਕੋਲ ਕਿਸਾਨੀ ਨਹੀਂ ਤੇ ਅਸੀਂ ਕਿਸੇ ਜੋਗੇ ਨਹੀਂ ਆ। ਅਸੀਂ ਨਹੀਂ ਸਰ, ਕੋਈ ਵੀ ਲਾ ਲਓ, ਕੋਈ ਵੀ ਧੰਦਾ ਸਾਰੇ ਬੰਦ ਹੋ ਜਾਣਗੇ। ਕਿਸਾਨੀ ਜੇ ਨਹੀਂ ਹੈਗੀ ਨਾ ਤੇ ਜਿੰਨੇ ਵੀ ਬਿਜ਼ਨਸ ਨੇ ਸਾਰੇ ਬੰਦ ਹੋ ਜਾਣਗੇ। ਇਸ ਕਿਸਾਨੀ ਦੇ ਕਾਰਨ ਹੀ ਸਾਰੇ ਬਿਜ਼ਨਸ ਚੱਲ ਰਹੇ ਨੇ। ਜੇ ਕਿਸਾਨ ਹੈ ਤੇ ਬਾਕੀ ਬਿਜ਼ਨਸ ਵੀ ਹੈ। ਤੇ ਇੰਨੇ ਚਿਰ ਤੋਂ ਸਰ ਕਿਸਾਨ ਉੱਥੇ ਬੈਠੇ ਆ, ਮੀਂਹ 'ਚ ਵੀ ਬੈਠੇ ਆ, ਧੁੱਪਾਂ 'ਚ ਵੀ ਬੈਠੇ ਆ। ਦੇਖੋ ਹੁਣ ਕਰੋਨਾ ਕਹਿ ਰਹੇ ਨੇ ਕਿ ਆ ਗਿਆ ਜੀ, ਤਾਂ ਵੀ ਉਹ ਪਰਵਾਹ ਨਹੀਂ ਕਰ ਰਿਹਾ, ਤਾਂ ਵੀ ਉਹ ਡਟ ਕੇ ਬੈਠੇ ਨੇ ਉੱਥੇ। ਤੇ ਸਰ ਇਹ ਤੁਸੀਂ ਮੈਨੂੰ ਇਹ ਥੋੜ੍ਹਾ ਜਿਹਾ ਦੱਸੋ ਕਿ ਇਹ ਆਪਣਾ ਜਿਹੜੇ ਮੋਦੀ ਪੰਜਾਬ ਦੇ ਆਪਣੇ ਪ੍ਰਧਾਨ ਮੰਤਰੀ, ਇਹਨਾਂ ਨੂੰ ਸਰ ਆਪਾਂ ਹੀ ਬਣਾਇਆ ਸਾਰੇ ਇੰਡੀਆ ਨੇ ਮਿਲ ਕੇ, ਤੇ ਕੀ ਗੱਲ ਉਹ ਸਾਡੀ ਇੰਨੀ ਸੁਣਵਾਈ ਨਹੀਂ ਕਰ ਸਕਦੇ ਕਿ ਸਾਡੀਆਂ ਹੀ ਚੀਜ਼ਾਂ ਸਾਡੇ ਕੋਲੋਂ ਖੋਹ ਰਹੇ ਨੇ ਤੇ ਅਸੀਂ ਉੱਤੇ ਮਨਾ ਕਰ ਰਹੇ ਹਾਂ ਕਿ ਅਸੀਂ ਇਹ ਨਹੀਂ ਦੇਣੀਆਂ। ਤੇ ਕੀ ਗੱਲ ਉਹ ਇੰਨੇ ਜ਼ਿਆਦਾ ਮਤਲਬ ਕਿ ਅੰਗਰੇਜ਼ਾਂ ਵਾਲਾ ਕੰਮ ਕਰ ਰਹੇ ਨੇ ਕਿ ਸਾਡੇ ਕੋਲੋਂ ਜ਼ਬਰਦਸਤੀ ਖੋਹ ਰਹੇ ਨੇ? ਇਹਦੇ ਬਾਰੇ ਗੱਲ ਇਸ ਤਰ੍ਹਾਂ ਆ ਕਿ ਜਦੋਂ ਦਾ ਮੋਦੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ, ਹਾਂਜੀ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਆਦਮੀ ਨੇ ਕੋਈ ਕੰਮ ਚੰਗਾ ਨਹੀਂ ਕੀਤਾ। ਜਿੰਨੇ ਵੀ ਕੰਮ ਕੀਤੇ, ਭਾਵੇਂ ਉਹ ਨੋਟਬੰਦੀ ਕੀਤੀ ਆ, ਕੋਈ ਨਹੀਂ, ਭਾਵੇਂ GST ਕੀਤੀ ਆ, ਲਾਏ ਆ, ਜਾਂ ਹੋਰ ਵੀ ਜੋ ਕੁਝ ਵੀ ਕੀਤਾ ਆ, ਉਹ ਕੋਈ ਹੱਕ ਦੇ ਵਿੱਚ ਨਹੀਂ, ਜਨਤਾ ਦੇ ਹੱਕ ਦੇ ਵਿੱਚ ਨਹੀਂ ਮਤਲਬ ਹੋਇਆ ਉਹ ਕੰਮ। ਪਰ ਇਸ ਇਨਸਾਨ ਨੇ ਆ ਜਿਹੜਾ ਅਡਾਨੀਆਂ ਅੰਬਾਨੀਆਂ ਨੂੰ ਇੱਕ ਫਾਇਦਾ ਪਹੁੰਚਾਉਣ ਵਾਸਤੇ ਇਹ ਜਿਹੜੇ ਬਿੱਲ ਜਿਹੜੇ ਪਹਿਲਾਂ 5 ਜੂਨ ਨੂੰ ਆਰਡੀਨੈਂਸ ਲਿਆਂਦਾ, ਉਹ ਆਰਡੀਨੈਂਸ ਨੂੰ ਗਾਂ ਬਿਨਾਂ ਬਹਿਸ ਕਰਾਏ ਰਾਜ ਸਭਾ ਦੇ ਵਿੱਚ, ਕਿਉਂਕਿ ਇਹਦੀ ਉੱਥੇ ਹਲੀ ਹੋ ਸਕਦਾ ਸੀ ਬਿੱਲ ਜਿਹੜੇ ਨਾ ਪਾਸ ਹੁੰਦੇ। ਰਾਜ ਸਭਾ ਦੇ ਵਿੱਚ ਹਲੀ ਬਹੁਤ ਸੰਮਤੀ ਨਹੀਂ ਸੀ, ਪਰ ਫਿਰ ਵੀ ਪਿਛਲੀ ਵਾਰ ਜਦੋਂ ਅਸੀਂ ਉਦੋਂ ਇਹ ਘੱਟ ਗਿਣਤੀ ਦੇ ਵਿੱਚ ਸੀ। ਹੁਣ ਨਵੀਂ ਜਦੋਂ ਇਹਦੀ ਸਰਕਾਰ ਦੁਬਾਰਾ 19 ਦੇ ਵਿੱਚ ਜਦੋਂ ਬਣੀ ਆ, ਤੇ ਇਹ ਬਹੁਤ ਸੰਮਤੀ ਦੇ ਵਿੱਚ ਆਉਣ ਖਾਤਰ ਆਪਣੀਆਂ ਮਨਮਾਨੀਆਂ ਜਿਹੜੀਆਂ ਇਹ ਪੂਰੇ ਚੰਗੇ ਤਰੀਕੇ ਦੇ ਨਾਲ ਮਤਲਬ ਕਰ ਰਿਹਾ ਹੈ। ਇਹ ਦੇਸ਼ ਨੂੰ ਸਾਡੇ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਸ ਕਰਕੇ ਪਰ ਇਹ ਉਹਨੂੰ ਬਹੁਤ ਜ਼ਿਆਦਾ ਮੋਦੀ ਸਾਹਿਬ ਨੂੰ ਮਹਿੰਗਾ ਪੈਣਾ ਹੈ। ਕਿਸਾਨ ਜਿਹੜੇ ਆਪਣੇ ਉੱਥੇ ਬੈਠੇ ਨੇ ਮੋਰਚੇ ਲਗਾ ਕੇ, ਉਹ ਬਿਲਕੁਲ ਠੀਕ ਨੇ। ਇਹਨੂੰ ਕੰਧ ਤੇ ਲਿਖਿਆ ਜਿਹੜਾ ਪੜ੍ਹ ਲੈਣਾ ਚਾਹੀਦਾ। ਇਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਮੋਦੀ ਸਾਹਿਬ ਵਾਸਤੇ, ਕਿਉਂਕਿ ਕਿਸਾਨਾਂ ਦੀਆਂ ਜਿੰਨੀਆਂ ਮੰਗਾਂ ਨੇ ਉਹਦੇ ਵਿੱਚ ਵਾਜਬ ਹੈਗੀਆਂ ਨੇ, ਪਰ ਇਹ ਇਨਸਾਨ ਦੇ ਉੱਤੇ ਇੰਨੇ ਚਿਰਾਂ ਤੋਂ ਲੈ ਕੇ ਜਿਹੜੀ ਕੰਨ ਤੇ ਜੂੰ ਨਹੀਂ ਸਰਕਦੀ। ਹਾਂ, ਦੂਸਰੇ ਬੰਨੇ ਉਹਨਾਂ ਦੇ ਤੇ ਐਲੀਗੇਸ਼ਨ ਲਾਈ ਜਾ ਰਿਹਾ ਵੀ ਕਰੋਨਾ ਫੈਲਾ ਰਿਹਾ, ਪਰ ਇਹਨੂੰ ਪੱਛਮੀ ਬੰਗਾਲ ਦੇ ਵਿੱਚ ਜਦੋਂ ਇਹਨੇ ਉੱਥੇ ਜਾ ਕੇ ਲੱਖ ਬੰਦੇ ਨੂੰ ਇਕੱਠੇ ਕਰਕੇ ਕੀਤੀਆਂ ਨੇ, ਉੱਥੇ ਜਾ ਕੇ ਰੈਲੀਆਂ ਕੀਤੀਆਂ, ਉਹ ਨਹੀਂ ਇਹਨੂੰ ਪਤਾ ਲੱਗਾ ਵੀ ਭੀੜ ਇਕੱਠੀ ਹੋਈ ਆ ਜਾਂ ਨਹੀਂ ਹੋਈ। ਕੁੰਭ ਦਾ ਉੱਥੇ ਜਿਹੜਾ ਮੇਲਾ ਲੱਗਾ ਆ, ਉਹਦੇ ਤੇ ਕੋਈ ਬੈਨ ਨਹੀਂ ਲਾਇਆ। ਏਡਾ ਮਤਲਬ ਇਹਨੇ ਜਿੰਨੇ ਵੀ ਬਣਾਏ ਨੇ ਮੁੱਖ ਮੰਤਰੀ ਬਣਾਏ ਆ, ਦਿੱਤਿਆਨਾਥ ਵਰਗੇ ਜਾਂ ਕੁਝ ਵੀ ਆ, ਜਿੰਨੇ ਇਹਨਾਂ ਦੇ ਤੁਸੀਂ ਬਿਆਨ ਵੇਖੋ, ਇਹ ਕਿਹੋ ਜਿਹੇ ਬਿਆਨ ਦਿੰਦੇ ਆ। ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਇਹ ਜਿਹੜੀ ਸਰਕਾਰ ਆ, ਇਹ ਬਿਲਕੁਲ ਹੀ ਫੇਲ ਹੋਈ ਆ। ਜੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵਿਨਾਸ਼ ਹੋ ਜਾਊਗਾ। ਜੇ ਇਹ ਹਲੀ ਵੀ ਕਿਸਾਨਾਂ ਦੀ ਰਗ ਜਾਂ ਲੋਕਾਂ ਦੀ ਰਗ ਜਿਹੜੀ ਉਹ ਸਮਝ ਲਵੇ ਵੀ ਲੋਕ ਕੀ ਚਾਹੁੰਦੇ ਆ, ਤੇ ਜੋ ਉਹ ਚਾਹੁੰਦੇ ਆ ਉਹਨਾਂ ਨੂੰ ਦੇ ਦੇਵੇ, ਤੇ ਬਹੁਤ ਵਧੀਆ ਗੱਲ ਆ। ਨਹੀਂ ਤੇ ਇਹਦੇ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦੀ ਗੱਲ ਆ। ਅਗਲੇ ਸਾਲ ਇਹਨੂੰ ਬਿਲਕੁਲ ਹੀ ਪਤਾ ਲੱਗ ਜਾਣਾ, ਪੰਜਾਬ ਦੇ ਵਿੱਚੋਂ ਤੇ ਹਰਿਆ ਹੀ ਪਿਆ ਆ। ਪੰਜਾਬ ਦੇ ਵਿੱਚ ਤੇ ਕੋਈ ਸੀਟ ਮਿਲਣੀ ਨਹੀਂ, ਪਰ ਯੂਪੀ ਦੇ ਵਿੱਚ ਵੀ ਜਿਹੜਾ ਆ ਪਤਾ ਲੱਗ ਜਾਣਾ ਵੀ ਇਹ ਕਿੰਨੇ ਪਾਣੀ ਦੇ ਵਿੱਚ। ਹਰਿਆਣਾ ਤੇ ਵੈਸੇ ਹੀ ਖਤਮ ਹੋ ਗਿਆ ਨਾ, ਹਰਿਆਣਾ ਤੇ ਵੈਸੇ ਹੀ ਗਿਆ, ਤੇ ਇਸ ਕਰਕੇ ਪੰਜਾਬ ਤੋਂ ਵੈਸੇ ਖਤਮ ਆ। ਤੇ ਆਉਣ ਵਾਲੇ ਸੂਬਿਆਂ ਦੇ ਵਿੱਚ ਇਹਦਾ ਜਿਹੜਾ ਖਮਿਆਜਾ ਇਹਨੂੰ ਬਹੁਤ ਜ਼ਿਆਦਾ ਭੁਗਤਣਾ ਪੈਣਾ। ਇਸ ਕਰਕੇ ਮੈਂ ਇਹ ਮੋਦੀ ਗਾੜੀ ਅਪੀਲ ਕਰਦਾ ਵੀ ਇੰਨੀ ਗਰਮੀ ਦੇ ਵਿੱਚ, ਹੁਣ ਪਹਿਲਾਂ ਇੰਨੀ ਠੰਡ ਦੇ ਵਿੱਚ ਕਿਸਾਨ ਬੈਠੇ ਸੀ, ਕਿਤੇ ਉੱਥੇ ਇੰਨੀ ਗਰਮੀ 'ਚ ਬੈਠੇ, ਕਿਤੇ ਤੂੰ 24 ਘੰਟੇ ਹੀ ਉੱਥੇ ਆਣ ਕੇ ਬਹਿ ਕੇ ਵੇਖ, ਤੇ ਤੈਨੂੰ ਪਤਾ ਲੱਗੇ ਵੀ ਇਹ ਘੰਟੇ ਦੇ ਸਰ ਬਹੁਤ ਦੂਰ ਹੈ। ਮੈਂ ਕਹਿੰਦਾ ਕਿ ਅੱਧਾ ਘੰਟਾ ਹੀ ਆ ਕੇ ਬੈਠ ਜਾਣ ਤੇ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਕਿਸਾਨਾਂ 'ਚ ਤੇ ਮੇਰੇ 'ਚ ਕੀ ਫਰਕ ਹੈ।
ਤੇ ਸੋ ਇਸ ਕਰਕੇ ਇਹਨੂੰ ਮੋਦੀ ਸਾਹਿਬ ਨੂੰ ਇੰਨੇ ਪੁਤਲੇ ਇਹਦੇ ਜਲਾਏ ਜਾ ਰਹੇ ਆ, ਪਰ ਫਿਰ ਵੀ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਫਿਰ ਵੀ ਅਸੀਂ ਹੁਣ ਦੂਸਰੇ ਬੰਨੇ ਨੂੰ ਤੁਰੀਏ ਤੇ ਕੀ ਮਤਲਬ ਇਹਨੂੰ ਸਮਝ ਹੀ ਨਹੀਂ ਲੱਗ ਰਹੀ ਵੀ ਮੇਰੀ ਇੰਨੀ ਬਦਨਾਮੀ ਹੋ ਗਈ ਆ, ਮੇਰੇ ਪੂਰੇ ਦੇਸ਼ ਦੇ ਵਿੱਚ, ਮੇਰਾ ਬਾਹਰਲੀ ਦੁਨੀਆ ਦੇ ਵਿੱਚ ਤੇਰਾ ਜਿਹੜਾ ਇਹਦਾ ਨਿਕਲ ਗਿਆ, ਜਲੂਸ ਨਿਕਲ ਗਿਆ, ਤੇ ਪਰ ਫਿਰ ਵੀ ਇਹ ਬੇਸ਼ਰਮੀ ਦੇ ਤਾਣ ਜਿਹੜਾ ਇਹ ਉੱਥੇ ਕਿਸਾਨਾਂ ਦੇ ਨਾਲ ਕੋਈ ਗੱਲ ਕਰਨੋਂ ਵੀ, ਹਾਂ ਕਿਸਾਨਾਂ ਨੇ ਚਿੱਠੀ ਲਿਖੀ ਆ, ਤੇ ਜੇ ਚਿੱਠੀ ਲਿਖੀ ਤੇ ਉਹਦਾ ਕੋਈ ਸੁਹਿਰਦ ਅਗਲੇ ਬੰਨੇ ਉਹ ਢੰਗ ਲੱਭ ਕੇ ਤੇ ਉਹਨਾਂ ਨੂੰ ਸੱਦ ਕੇ ਉਹਦੇ ਨਾਲ ਗੱਲਬਾਤ ਕਰਕੇ ਹੁਣ ਕਰੋਨਾ ਦੇ ਨਾਂ ਤੇ ਹੀ ਕਹਿ ਦੇ ਵੀ ਮੈਂ ਸਾਰੇ ਤੁਹਾਡੇ ਜਿੰਨੇ ਤਿੰਨੇ ਕਾਨੂੰਨ ਆ, ਕਾਨੂੰਨ ਤੇ ਫੇਰ ਬਣ ਜਾਣਗੇ, ਫੇਰ ਬਣ ਜਾਣਗੇ, ਫੇਲ ਕਰ ਦੇਣਾ ਤੇ ਤੁਸੀਂ ਇਹਨੂੰ ਮੈਂ ਰੱਦ, ਹਾਂ ਹੁਣ ਉੱਠ ਜਾਓ, ਇਹਨੂੰ ਮੈਂ ਰੱਦ ਕਰ ਦੇਣਾ, ਕਾਨੂੰਨ ਫੇਰ ਵੇਖ ਲਵਾਂਗੇ। ਅੱਜ ਜਿੰਨਾ ਨੁਕਸਾਨ ਵੀ ਕਰ ਰਿਹਾ ਉਹ ਸਾਡੇ ਦੇਸ਼ ਦਾ ਹੋਰ ਕੋਈ ਨਹੀਂ ਕਰ ਰਿਹਾ, ਸਾਡੇ ਦੇਸ਼ ਦਾ ਸਿਰਫ ਮੋਦੀ ਪ੍ਰਧਾਨ ਮੰਤਰੀ ਜਿਹੜਾ ਆ ਉਹ ਸਾਡੇ ਦੇਸ਼ ਨੂੰ ਨੁਕਸਾਨ ਕਰ ਰਿਹਾ। ਇਹਦੇ ਵਾਸਤੇ ਬਹੁਤ ਆਉਣ ਵਾਲੀਆਂ ਪੀੜ੍ਹੀਆਂ ਖਤਮ ਕਰ ਰਿਹਾ। ਆਉਣ ਵਾਲੀ ਪੀੜ੍ਹੀਆਂ ਤੇ ਯਾਦ ਰੱਖਣਗੀਆਂ ਜਦੋਂ ਕਿਤੇ ਇਤਿਹਾਸ ਲਿਖਿਆ ਗਿਆ, ਜਿਸ ਤਰ੍ਹਾਂ ਹੁਣ ਕਹਿੰਦੇ ਆ ਵੀ ਅੰਗਰੇਜ਼ਾਂ ਨੇ ਫਲਾਣੇ ਵੇਲੇ ਸਨ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਆਈ, ਉਹ ਵਪਾਰਕ ਤੌਰ ਤੇ ਆਈ, ਉਹਨੇ ਆਣ ਕੇ ਕਲਕੱਤੇ ਦੇ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਤੇ ਹੌਲੀ ਹੌਲੀ ਉਹਨੇ ਸਾਰਾ ਹੀ ਮਤਲਬ ਸਾਡਾ ਦੇਸ਼ ਗੁਲਾਮ ਬਣਾ ਲਿਆ ਹੈ। ਇਹ ਹੁਣ ਚਾਹੁੰਦਾ ਵੀ ਮੈਂ ਸਾਰਾ ਹਿੰਦੂ ਰਾਸ਼ਟਰ ਬਣਾ ਦੇਵਾਂ, ਤੇ ਹਿੰਦੂ ਰਾਸ਼ਟਰ ਹੁਣ ਲੋਕ ਇਹਦੀ ਨਬਜ਼ ਜਿਹੜੀ ਆ ਪਹਿਲਾਂ ਚੰਗਾ ਲੱਗਦਾ ਸੀ, ਪਹਿਲਾਂ ਲੋਕਾਂ ਨੂੰ ਪਤਾ ਲੱਗਦਾ ਵੀ ਅੱਛੇ ਦਿਨ ਸ਼ਾਇਦ ਕਿਹੋ ਜਿਹੇ ਆਉਣੇ ਆ, ਪਰ ਉਹਨਾਂ ਨੂੰ ਪਤਾ ਨਹੀਂ ਅੱਛੇ ਦਿਨ ਇਹੋ ਜਿਹੇ ਅੱਛੇ ਦਿਨ ਲਿਆਉਣੇ। ਹੁਣ ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਨੇ ਇਹਦੀ ਨਬਜ਼ ਪਛਾਣ ਲਈ ਆ, ਤੇ ਇਸ ਕਰਕੇ ਲੋਕ ਇਹਨੂੰ ਸਬਕ ਵੀ ਜ਼ਰੂਰ ਸਿਖਾਉਣਗੇ। ਇਹਨੂੰ ਆਪ ਹੀ ਸਮਝ ਜਾਣਾ ਚਾਹੀਦਾ, ਜੇ ਇਹਨੇ ਕੋਈ 2-4 ਸਾਲ ਚੰਗੇ ਤਰੀਕੇ ਦੇ ਨਾਲ ਰਾਜ ਕਰਨਾ ਤੇ ਇਹਦੇ ਕੋਲ ਹਲੀ 1924 ਤੱਕ ਜਿਹੜਾ ਕੋਈ ਰਾਜ ਹੈਗਾ ਕਰ ਲਵੇ, ਨਹੀਂ ਤੇ ਇਹਦੇ ਵਾਸਤੇ ਜਿਹੜਾ ਮਾਹੌਲ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਨਹੀਂ ਹੈਗਾ। ਸਹੀ ਗੱਲ। ਤੇ ਅੱਛਾ ਸਰ, ਬਹੁਤ ਵਧੀਆ ਤੁਸੀਂ ਸਾਰੇ ਗੱਲ ਕੀਤੀ ਹੈ ਕਿ ਵਾਕਿਆ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਗਲੇ ਸਾਲ ਜਿਹੜੀ ਇਲੈਕਸ਼ਨ ਆ ਰਹੀ ਹੈ, ਹੋਰ 2-3 ਮਹੀਨੇ ਤੱਕ ਚੋਣ ਜਾਬਤਾ ਲੱਗ ਜਾਣਾ, ਤੇ ਇਲੈਕਸ਼ਨ ਜਿਹੜੀ ਅਗਲੇ ਸਾਲ ਆ ਰਹੀ ਉਹਦੇ ਵਿੱਚ ਪਤਾ ਲੱਗ ਜਾਏਗਾ ਇੱਕ ਬੀਜੇਪੀ ਨੂੰ ਕਿ ਵਾਕਿਆ ਹੀ ਬੀਜੇਪੀ ਦਾ ਜਿਹੜਾ ਵਜੂਦ ਹੈ ਉਹ ਪਹਿਲਾਂ ਕੀ ਸੀ ਤੇ ਹੁਣ ਕੀ ਰਹਿ ਗਿਆ। ਅਗਲੇ ਸਾਲ ਨਹੀਂ ਹੈਗੀ, ਸਰਪੰਚੀ ਨੂੰ ਹਲੀ 2.5 ਸਾਲ ਪਏ ਆ। ਅੱਛਾ ਹਾਂ, ਸਰਪੰਚੀ ਨੂੰ 2.5 ਸਾਲ ਪਏ ਨੇ। 2.5 ਸਾਲ ਪਏ ਨੇ। ਹਾਂਜੀ। ਤੇ ਇਸ ਕਰਕੇ ਉਹ ਸਮੇਂ ਦੇ ਨਾਲ ਵੇਖਿਆ ਜਾਊਗਾ, ਜੇ ਭਰਾਵਾਂ ਨੇ ਸਾਥ ਦਿੱਤਾ ਤੇ ਜਿੱਦ ਨਹੀਂ ਕਰਨੀ ਚਾਹੀਦੀ। ਜੇ ਕੋਈ ਜਾਬਤਾ ਜੇ ਲੋਕਾਂ ਨੂੰ ਕੋਈ ਹੋਊਗਾ ਤਾਂ ਵੇਖ ਲਾਂਗੇ, ਨਹੀਂ ਤਾਂ ਕੋਈ ਜ਼ਿਆਦਾ ਜਿੱਦ ਕਰਨ ਦੀ ਕੀ ਲੋੜ ਹੈਗੀ ਆ। ਸਰਪੰਚੀ ਦੇ ਵਿੱਚ ਕੋਈ ਹੈ ਤਾਂ ਸੇਵਾ ਹੀ ਆ, ਜੇ ਆਪਾਂ ਸਮਝੀਏ, ਤੇ ਜੇ ਨਹੀਂ ਤੇ ਫਿਰ ਜੇ ਆਪਾਂ ਮੈਂ ਤਾਂ ਕਹਿੰਦਾ ਕੋਈ ਵੀ ਆ ਸਰਪੰਚ ਆ, ਜੇ ਕੋਈ ਉਹਦੀ ਕੋਈ ਕਿਤੇ ਦੂਰ ਨੇੜੇ ਕਿਤੇ ਜਾਣ ਪਛਾਣ ਨਹੀਂ, ਜਾਂ ਕੋਈ ਕਿਤੇ ਮਹਿਕਮੇ ਦੇ ਵਿੱਚ ਕਿਸੇ ਨਾਲ ਜਾ ਕੇ ਗੱਲ ਨਹੀਂ ਕਰ ਸਕਦਾ, ਜਾਂ ਕੋਈ ਵੀ ਨਹੀਂ ਕਰ ਸਕਦਾ, ਤੇ ਜੇ ਕੋਈ ਬੰਦਾ ਕੋਈ ਗੱਲ ਕਰ ਸਕਦਾ ਜਾਂ ਕੋਈ ਠੀਕ ਠਾਕ ਕਿਸੇ ਦੇ ਨਾਲ ਕੋਈ ਮਸਲੇ ਕਿਸੇ ਦੇ ਹੱਲ ਕਰ ਸਕਦਾ, ਜੇ ਮੈਂ ਜਾਣਾ ਮੇਰੇ ਕੋਲ ਜਾਣ ਦਾ ਸਾਧਨ ਹੀ ਨਹੀਂ ਹੈ, ਤੇ ਕੋਈ ਜੇ ਸਾਧਨ ਹੈ ਤਾਂ ਸਰਪੰਚੀ ਕਰ ਲੈਣੀ ਚਾਹੀਦੀ ਹੈ। ਜੇ ਬੰਦੇ ਨੂੰ ਕੋਈ ਸ਼ੌਂਕ ਹੈ ਤਾਂ ਕਰੇ। ਇਸ ਕਰਕੇ ਮੇਰੇ ਬਾਪ ਦੀ ਤਾਂ ਸਰਪੰਚੀ ਹੈ ਨਹੀਂ, ਲੋਕਾਂ ਦੇਣੀ ਆ। ਜੇ ਲੋਕ ਅਸੀਂ ਤੁਹਾਡੇ ਪਿੰਡ ਦੇ ਵਿੱਚ ਸਰਵੇ ਕੀਤਾ ਤੇ ਸਾਨੂੰ ਸਰਵੇ ਦੇ ਵਿੱਚ ਜੋ ਪਤਾ ਲੱਗਾ ਤੇ ਲੋਕਾਂ ਕੋਲੋਂ ਅਸੀਂ ਜੋ ਪੁੱਛਿਆ ਕਿ ਸਰਪੰਚ ਤੁਹਾਡੇ ਹੋਣ ਵਾਲੇ ਕਿੰਨੇ ਨੇ ਜਾਂ ਪਹਿਲਾਂ, ਸਾਨੂੰ ਲੋਕਾਂ ਨੇ ਸਰ ਜੋ ਜਵਾਬ ਦਿੱਤਾ, ਸਾਨੂੰ ਇਹੋ ਜਵਾਬ ਮਿਲਿਆ ਕਿ ਸਰਦਾਰ ਸੁਖਵੰਤ ਸਿੰਘ ਜੀ ਜਿਹੜੇ ਸਰਪੰਚ ਪਹਿਲਾਂ ਸੀ ਉਹੀ ਫਿਰ ਦੁਬਾਰਾ ਹੋਣੇ ਚਾਹੀਦੇ ਨੇ। ਅੱਜ ਭਾਵੇਂ ਆ ਜਾਣ, ਅਸੀਂ ਅੱਜ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਤੇ ਜਿਤਾਵਾਂਗੇ ਵੀ, ਤੇ ਅਸੀਂ ਉਹਨਾਂ ਦੇ ਨਾਲ ਆ, ਕਿਉਂਕਿ ਅਸੀਂ ਦਿਨ ਰਾਤ ਜਦੋਂ ਮਰਜ਼ੀ ਉਹਨਾਂ ਦੇ ਘਰ ਜਾਂਦੇ ਸਾਂ, ਚਾਹੇ ਰਾਤ 12 ਵਜੇ ਜਾਂਦੇ ਸਾਂ, ਚਾਹੇ 11 ਵਜੇ ਜਾਂਦੇ ਸਾਂ, ਸਾਨੂੰ ਉਹਨਾਂ ਨੇ ਕਦੀ ਇਨਕਾਰ ਨਹੀਂ ਸੀ ਕੀਤਾ। ਤੇ ਇਸ ਕਰਕੇ ਅਸੀਂ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਨੇ ਕਿ ਜਿਹੜੇ ਕਿਸੇ ਨੇ ਸ਼ਾਇਦ ਨਹੀਂ ਕੀਤੇ ਹੋਣਗੇ, ਕਿ ਇਹੋ ਜਿਹੇ ਕੰਮ ਉਹ ਕਰ ਚੁੱਕੇ ਨੇ, ਕਿ ਐਡੇ ਵਧੀਆ ਪਿੰਡ ਵਾਸਤੇ ਕੰਮ ਕੀਤੇ। ਮੈਂ ਆਪਣੇ ਲੋਕਾਂ ਦਾ, ਆਪਣੇ ਪਿੰਡ ਵਸਨੀਕਾਂ ਦਾ ਇਸ ਗੱਲੋਂ ਬਹੁਤ ਧੰਨਵਾਦੀ ਹਾਂ, ਜੇ ਮੈਨੂੰ ਇੱਕ ਨਾ ਚੀਜ਼ ਨੂੰ ਉਹਨਾਂ ਨੇ ਇੱਥੋਂ ਤੱਕ ਸਮਝਿਆ ਵਾ। ਤੇ ਪਰ ਮੈਂ ਤੇ ਜੇ ਸਰਪੰਚ ਪਹਿਲਾਂ ਬਣਿਆ ਵੀ ਹਾਂ, ਜਿਹੜੀ ਹਾਲਤਾਂ ਦੇ ਵਿੱਚ ਮੈਨੂੰ ਉਹਨਾਂ ਨੇ ਉਦੋਂ ਚੁਣਿਆ, ਤੇ ਮੈਂ ਆਪਣੇ ਆਪ ਨੂੰ ਸਰਪੰਚ ਕਦੀ ਸਮਝਿਆ ਹੀ ਨਹੀਂ, ਤੇ ਨਾ ਹੁਣ ਵੀ ਮੈਂ ਆਪਣੇ ਆਪ ਨੂੰ ਕੋਈ ਪੱਤਰਕਾਰ ਸਮਝਦਾ ਜਾਂ ਸਰਪੰਚ ਸਮਝਦਾ, ਮੈਂ ਭਰਾ ਹੀ ਸਮਝਦਾ ਸਾਰਿਆਂ ਨੂੰ। ਜੇ ਕਿਸੇ ਨੇ ਮੇਰਾ ਮਾਣ ਕੀਤਾ ਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਮਾਣ ਕੀਤਾ ਤੁਹਾਡਾ, ਬਹੁਤ ਜ਼ਿਆਦਾ ਮਾਣ ਕੀਤਾ। ਬਾਕੀ ਮੈਂ ਜੇ ਉਹ ਮੈਨੂੰ ਮੇਰੀ ਡਿਊਟੀ ਲਾਉਣਗੇ ਤੇ ਫਿਰ ਤਾਂ ਮੈਂ ਭੱਜਦਾ ਨਹੀਂ। ਵੈਸੇ ਮੈਂ ਚਾਹੁੰਦਾ ਜਿੰਨੀ ਮੇਰੀ ਸੇਵਾ ਹੋਊਗੀ ਠੀਕ ਆ, ਜਿੰਨਾ ਕਿ ਤੇ ਆਪਾਂ ਕੋਈ ਗੱਲ ਨਹੀਂ, ਜੇ ਨਾ ਲਾਉਣਗੇ ਤੇ ਫਿਰ ਧੱਕੇ ਨਾਲ ਨਹੀਂ, ਧੱਕੇ ਨਾਲ ਮੈਂ ਹਰਕਾਂ ਵੀ ਮੈਨੂੰ ਕੁਝ ਲੋਕ ਮੇਰੇ ਭਰਾ ਜਿਹੜੇ ਆਏ ਮੇਰੇ ਘਰ ਵੀ ਤੂੰ ਖਲੋ
ਤੂੰ ਖਲੋ। ਮੈਂ ਕਿਹਾ ਨਹੀਂ, ਮੈਂ ਇਸ ਤਰ੍ਹਾਂ ਨਹੀਂ ਖਲੋਣਾ ਜਿੰਨਾ ਚਿਰ ਤੱਕ ਇਹ ਖਿੱਚੋ ਤਾਣ ਦੇ ਵਿੱਚ ਗੱਲ ਚੰਗੀ ਨਹੀਂ। ਤੇ ਜੇ ਕੋਈ ਇਸ ਤਰ੍ਹਾਂ ਕਹਿਣਗੇ, ਕੋਈ ਜਿਸ ਤਰ੍ਹਾਂ ਹੈਗਾ, ਇਹ ਵੀ ਆਪਾਂ ਸਰਬਸੰਮਤੀ ਨਾਲ ਹੀ ਭਰਾ ਆਪਣੇ ਨੂੰ ਇਹਨਾਂ ਬਣਾਇਆ ਸਾਰਾ, ਦਲਜੀਤ ਸੋਨੂੰ ਸਰਬਸੰਮਤੀ ਨਾਲ ਹੀ ਹੈ। ਜੇ ਸਰਬਸੰਮਤੀ ਨਾਲ ਬਣਾ ਦੇਣਗੇ ਠੀਕ ਹੈ, ਤੇ ਜੇ ਉਸ ਤਰ੍ਹਾਂ ਵੀ 4-5 ਲੋਕ ਮੈਨੂੰ ਜਾਪਦੇ ਹੋਣਗੇ ਵੀ ਮੈਨੂੰ ਠੀਕ ਆ ਵੀ ਇਹ ਜਿਤਾ ਸਕਦੇ ਆ ਸਾਰੇ, ਫਿਰ ਇਲੈਕਸ਼ਨ 'ਚ ਵੀ ਖੜੇ ਹੋਵਾਂਗੇ। ਨਹੀਂ ਤੇ ਫਿਰ ਕੋਈ ਗੱਲ ਨਹੀਂ ਹੈਗੀ ਉਹ 'ਚ ਕੀ ਹੈ। ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਕੱਢਿਆ ਤੇ ਸਾਨੂੰ ਇੰਨੀ ਵਧੀਆ ਗੱਲਾਂ ਜਾਣਕਾਰੀ ਕਰਵਾਈ ਤੇ ਦੱਸਿਆ ਵੀ ਸਾਨੂੰ। ਧੰਨਵਾਦ। ਤੇ ਤੁਹਾਡਾ ਆਪਣੇ ਚੈਨਲ ਵੱਲੋਂ ਵੀ ਧੰਨਵਾਦ ਕਰਦੇ ਹਾਂ ਸਰ। ਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ, ਕੈਮਰਾਮੈਨ ਅਮਰਜੋਤ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।